पत्थर बेअदबी का इंसाफ। जे किसी कल्ले वीर ने बोलना भी आ, पाबंदी नहीं हैगी उत्ते, छावें खड़ के बोलो। धुप च मुड़का आ जाना हुंदा, गल कई बार गलत हो जाती है। छावें खड़ो आराम नाल, जिन्नियां मर्जी स्टेटमेंटां देई चलो, परंतु कोई ये खेचल ना करे भी ये खरिया शाम नूं मुक जाना, खरिया घंटे कदे ही मुक जाना। ये मुकना उदों ही आ जदों कानून दे तरीके नाल चंदू दे वारसां दे नक विच नकेल पै गई। ये सारे उधरले पासे ना चंदू समझ लो, उधरले पासे भी बड़े बड़े गुरसिख बैठे आ, इन्होंने अरदास करना भी नहीं सवेरे डकिया। बड़ा बड़ा कुछ आ गुरु रामदास दे घरे, वो चाहुंदे आ अंदरों, परंतु वो कानून विच बजे हुए आ बेचारे, वो बजे हुए आ। बड़े बड़े अरदासां करदे आ तुहाडे नाल गुरु ग्रंथ साहिब खातर। सो इस करके प्यारिओ, जे किसी जथे ने भी बोलना, इत्थे सिंह ने बोलना बोल भी सकदा आ, परंतु जिहड़ी इत्थों बाबा दरबाग सिंह जी, बलबीर सिंह जी मुच्छल साहब, लखबीर सिंह जी महालम जी, प्रोफैसर बलजिंदरपाल सिंह शायद कम पै गया हुण आए नहीं, ਜਿਹੜੇ ਜ਼ਿੰਮੇਵਾਰ 11-7 ਉੱਥੇ ਸਿੰਘ ਸੀਗੇ ਤੇ ਉਹਨਾਂ ਚੋਂ 5 ਦਾ ਜ਼ਰੂਰੀ ਆ, ਉਹ ਜਿਹਦੀ ਡਿਊਟੀ ਲਾਉਣਗੇ ਉਹ ਸਟੇਟਮੈਂਟ ਦਊਗਾ, ਉਹਨੂੰ ਆਖਰੀ ਮੰਨਿਆ ਜਾਵੇ। ਤੇ ਪਰ ਇੱਕ ਮੈਂ ਬੇਨਤੀ ਸਿੰਘਾਂ ਨੂੰ ਕਹਿ ਦਿਆਂ ਵੀ ਸਟੇਟਮੈਂਟ ਕਾਹਦੀ ਦੇਣੀ ਆ, ਜਦੋਂ ਕੰਮ ਬਣੂਗਾ ਫੇਰ ਵੇਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਹਾਨੂੰ ਪਤਾ ਲੱਗ ਗਿਆ ਵੀ 7 ਮੈਂਬਰੀ ਕਮੇਟੀ ਦੇ ਵਿੱਚ ਕੌਣ ਹੈ ਔਰ ਜੋ ਉਹ ਤੁਹਾਨੂੰ ਫੈਸਲਾ ਦੇਣਗੇ, ਆਪਾਂ ਨੂੰ ਇੱਕ ਵਾਰੀ ਆਗੂਆਂ ਤੇ ਭਰੋਸਾ ਕਰਨਾ ਪੈਣਾ। ਮੈਂ ਮੰਨਦਾ ਹਾਂ ਕਿ ਪਹਿਲਾਂ ਸਾਨੂੰ ਆਗੂਆਂ ਵੱਲੋਂ ਨਿਰਾਸ਼ਾ ਮਿਲਦੀ ਰਹੀ ਹੈ, ਨੋ ਡਾਊਟ, ਇਹ ਸੱਚ ਹੈ। ਅਸੀਂ ਆ 2 ਕਿ 3 ਦਿਨ ਪਹਿਲਾਂ ਦੀ ਗੱਲ ਹੈ, ਲੋਹਾਮ ਪਿੰਡ ਪੈ ਜਾਂਦਾ ਹੈ ਮੁਦਕੀ ਦੇ ਲਾਗੇ, ਉੱਥੇ ਸਾਂ ਮੈਂ ਸੀ, ਵੀਰ ਸੁਖਜੀਤ ਸਿੰਘ ਖੋਸਾ ਸੀ, ਸਾਡੇ ਵੀਰ ਲਖਵੀਰ ਸਿੰਘ ਜੀ ਮਹਾਲਮ ਸਨ, ਭਾਈ ਅਮਰੀਕ ਸਿੰਘ ਜੀ ਸਨ, ਸਾਰੇ ਅਸੀਂ ਉੱਥੇ ਸਾਂ। ਜਦੋਂ ਲੱਗੇ ਨਾ ਸਿਰੋਂ ਪਾਉਣ ਦੇ ਲਈ ਕਹਿੰਦੇ ਵੀਰ ਸੁਖਜੀਤ ਸਿੰਘ ਖੋਸੇ ਦਾ ਸਨਮਾਨ, ਤੇ ਮੈਂ ਇੱਕ ਵਾਰੀ ਹੱਥ ਫੜਿਆ ਸੀ ਭਾਈ ਅਮਰੀਕ ਸਿੰਘ ਦਾ, ਇੱਥੇ ਬੈਠੇ ਨੇ, ਮੈਂ ਕਿਹਾ ਆਗੂਆਂ ਦਾ ਸਨਮਾਨ ਜਦੋਂ ਮੋਰਚਿਆਂ ਨੂੰ ਇੱਕ ਸਹੀ ਦਿਸ਼ਾ ਵੱਲ ਲੈ ਕੇ ਜਾਂਦੇ ਨੇ ਨਾ, ਮੈਂ ਕਿਹਾ ਉਦੋਂ ਬਾਅਦ ਵਿੱਚ ਹੁੰਦਾ, ਉਦੋਂ ਪਹਿਲਾਂ ਨਹੀਂ ਹੋਇਆ ਕਰਦਾ। ਸੋ ਇਹਨਾਂ ਤੇ ਆਪਾਂ ਨੂੰ ਇੱਕ ਵਾਰੀ ਭਰੋਸਾ ਕਰਨਾ ਪੈਣਾ, ਤੇ ਇਹ ਸਾਨੂੰ ਕੀ ਰਿਜ਼ਲਟ ਦਿੰਦੇ ਨੇ ਉਹ ਅਗਲੀਆਂ ਗੱਲਾਂ ਨੇ। ਤੇ ਮੈਂ ਛੋਟੀ ਜਿਹੀ ਇੱਕ ਬੇਨਤੀ ਕਰਾਂ, ਵੀਰ ਸੁਖਜੀਤ ਸਿੰਘ ਖੋਸਾ ਨੇ ਗੱਲ ਕਹੀ ਸੀ ਕਿ ਜੰਦੇ ਲੱਗ ਗਏ, ਚਲੋ ਖੈਰ ਜੋ ਕੀਤਾ ਚੰਗਾ ਕੀਤਾ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਇੱਕ ਚੀਜ਼ ਚੇਤੇ ਰੱਖਿਆ ਜੇ, ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਰਬਾਰ ਸਾਹਿਬ ਦਰਸ਼ਨ ਕਰਨ ਦੇ ਲਈ ਆਏ ਸੀ ਨਾ, ਤੇ ਉਸ ਸਮੇਂ ਦੇ ਕਾਬਜ ਮਸੰਦਾਂ ਨੇ ਦਰਬਾਰ ਸਾਹਿਬ ਨੂੰ ਜੰਦੇ ਲਾਏ ਸਨ ਵੀ ਇਹ ਕਿਤੇ ਕਬਜ਼ਾ ਨਾ ਕਰ ਲੈਣ। ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਤੁਸੀਂ ਅੰਬਰ ਸਰੀਏ ਮਸੰਦ ਨਹੀਂ ਹੋ ਸਕਦੇ, ਤੁਸੀਂ ਅੰਦਰ ਸੜੀਏ ਹੋ ਸਕਦੇ ਹੋ। ਤੇ ਮੈਨੂੰ ਲੱਗਦਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਵਾਰਸ ਤੁਸੀਂ ਸਾਰੇ ਅੱਜ ਫੇਰ ਆਏ ਹੋ, ਤੇ ਜੰਦੇ ਲਾਉਣ ਵਾਲੇ ਕਿਹਨਾਂ ਦੇ ਵਾਰਸ ਨੇ ਉਹ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ। ਇਸ ਕਰਕੇ ਸਾਰੀਆਂ ਗੱਲਾਂ ਜਿਹੜੀਆਂ ਇਸ਼ਾਰੇ ਮਾਤਰ ਕੁਝ ਗੱਲਾਂ ਕਰਵਾ ਲਿਆ ਕਰੋ। ਤੁਸੀਂ ਮੁਸਕਰਾਉਂਦੇ ਹੋ ਵੀ ਸਾਰੀ ਗੱਲ ਕਲੀਅਰ ਨਹੀਂ, ਇਸ਼ਾਰੇ ਮਾਤਰ ਕੁਝ ਗੱਲਾਂ ਨੂੰ ਸਮਝ ਲਈਏ, ਸਾਡਾ ਜਿਹੜਾ ਵਿਵੇਕ ਹੈ ਇਹ ਡਿਵੈਲਪ ਹੁੰਦਾ ਹੈ। ਤੇ ਦੂਜੀ ਮੈਂ ਤੁਹਾਨੂੰ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦਾ, ਜਦੋਂ ਹਰਚਰਨ ਸਿੰਘ ਵਾਲਾ ਮਾਮਲਾ ਚੱਲਿਆ ਸੀ ਨਾ, 3 ਲੱਖ ਵਾਲਾ ਵੀ 3 ਲੱਖ ਤਨਖਾਹ, ਤੇ ਤੁਹਾਨੂੰ ਪਤਾ ਹੋਵੇਗਾ ਉਦੋਂ ਵੀ ਆਪਣੇ ਮੋਰਚੇ ਲੱਗੇ ਸੀ ਨਾ ਮੋਰਚੇ। ਤੇ ਹੁਣ ਇਹਨਾਂ ਨੂੰ ਪੁੱਛੋ ਵੀ ਜਿਸ ਕੋਹਲੀ ਨੇ ਆਡਿਟ ਕੀਤਾ ਹੈ ਉਹ 1 ਕਰੋੜ ਰੁਪਈਆ ਲੈਂਦਾ ਸੀ, ਉਦੋਂ ਆਪਾਂ ਸਾਰੇ ਕਿਉਂ ਨਹੀਂ ਬੋਲੇ ਬਈ? ਇਸ ਕਰਕੇ ਅੱਜ ਤੁਹਾਡੇ ਕੋਲ ਮੌਕੇ ਬੜੇ ਜੇ, ਕਾਰਨ ਤੁਹਾਨੂੰ ਮੈਂ ਦੱਸਦਾ ਰਹਾਂਗਾ, ਬੇਫਿਕਰੇ ਹੋ ਜਾਓ ਵੀ ਆ ਵੀ ਕਾਰਨ ਹੈ, ਆ ਵੀ ਕਾਰਨ ਹੈ, ਆ ਵੀ ਕਾਰਨ ਹੈ, ਆ ਵੀ ਕਾਰਨ ਹੈ। SGPC ਦੇ ਸੰਵਿਧਾਨ ਦੇ ਵਿੱਚ ਇਹ ਮੈਨੂੰ ਦੱਸ ਦੇਣ, ਸਾਰੀ SGPC ਦੇ ਬਾਹਰ ਖੜਾ ਵਾਂ, ਇਹ ਦੱਸ ਦੇਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਕੋਲ ਕਮਰਾ ਵੀ ਰੱਖਣ ਦੀ ਪਰਮਿਸ਼ਨ ਹੋਵੇ। ਬਿਲਕੁਲ ਕੋਈ ਪਰਮਿਸ਼ਨ ਨਹੀਂ ਹੈ। ਇੱਥੇ 2-2 3-3 ਕਮਰਿਆਂ ਤੇ ਕਬਜ਼ੇ ਕੀਤੇ ਹੁੰਦੇ ਨੇ। ਸੋ ਬੜਾ ਕੁਝ ਹੋਇਆ, ਆਪਾਂ ਸਾਰੇ ਮੁੱਦੇ ਫੇਰ ਚੱਕਾਂਗੇ। ਅੱਜ ਦਾ ਮਾਮਲਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਔਰ ਮੈਂ ਚਾਹਾਂਗਾ ਸਾਡੇ ਸਤਿਕਾਰਯੋਗ ਵੀਰ ਸਰਦਾਰ ਬਲਬੀਰ ਸਿੰਘ ਜੀ ਮੁੱਛਲ ਬੜੇ ਸਤਿਕਾਰਯੋਗ ਆਗੂ ਨੇ, दिन रात विचरते हैं, ये भी तुहाडे नाल 2 शब्दों की सांझ पाउणगे। वाहिगुरू जी का खालसा, वाहिगुरू जी की फतेह। सारिआं नूं वाहिगुरू जी का खालसा, वाहिगुरू जी की फतेह। बेनती है कि अज आपां इकत्तर होए हाँ एक मोर्चे के रूप में
ਆਪਾਂ ਨਹੀਂ ਬੈਠੇ, ਇਹਨਾਂ ਨੇ ਸਾਨੂੰ ਬਿਠਾਇਆ ਹੈ। ਆਜੋ ਆਜੋ ਜਿਹੜੇ ਪ੍ਰਬੰਧ ਲੈ ਕੇ ਬੈਠੇ ਨੇ, ਫੌਜਦਾਰੀ ਪਰਚਿਆਂ ਦਾ ਐਲਾਨ ਕਰ ਦਿੱਤਾ। ਇੱਕ ਦਿਨ ਬੀਤਿਆ, ਦੂਜੇ ਦਿਨ ਬਦਲ ਗਏ। ਛੋਟੇ ਨੇ ਕਿਹਾ ਹੋਊਗਾ ਕਿ ਕੋਈ ਗੱਲ ਨਹੀਂ, ਤੁਸੀਂ ਮੇਰਾ ਤੇ ਪਰਚਾ ਮੇਰੇ ਤੇ ਦਰਜ ਕਰਾਉਣ ਲੱਗੇ ਤੇ ਤੁਹਾਡਾ ਵੀ ਮੈਂ ਸਾਰਾ ਜ਼ਾਹਰ ਕਰੂੰਗਾ ਮੀਡੀਆ ਦੇ ਵਿੱਚ। ਤੇ ਇਹਨਾਂ ਨੇ ਕਹਿਣਾ ਚਲੋ ਗੱਲ ਠੱਪ ਦਈਏ। ਗੱਲ ਵਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਸਾਡੀ ਮੰਗ ਇੱਕ ਦੇ ਜਿੰਨੀਆਂ ਵੀ ਜਿੱਥੇ ਜਿੱਥੇ ਪ੍ਰੈਸਾਂ ਲੱਗੀਆਂ ਹੋਈਆਂ ਨੇ, ਕਿਉਂਕਿ ਪਾਵਨ ਪਵਿੱਤਰ ਗੁਰਬਾਣੀ ਮਨਮੁਖ ਨੂੰ ਜੀਵਨ ਦਿੰਦੀ ਹੈ, ਗੁਰਸਿੱਖ ਬਣਾ ਦਿੰਦੀ ਹੈ। ਹਰਿਮੰਦਰ ਸਾਹਿਬ ਵਿੱਚ ਬਾਹਰਲੇ ਦੇਸ਼ਾਂ ਤੋਂ ਬਹੁਤ ਲੋਕ ਆਉਂਦੇ ਨੇ, ਜਿਹੜੇ ਆਣ ਕੇ ਕਹਿੰਦੇ ਨੇ ਕਿ ਇੱਥੇ ਆਣ ਕੇ ਸਾਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ, ਕਿਉਂਕਿ ਇੱਥੇ ਗੁਰਬਾਣੀ ਦਾ ਕੀਰਤਨ ਹੁੰਦਾ ਹੈ। ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦੇ ਨੇ ਸਤਿਗੁਰਾਂ ਦੇ। ਲੋਕ ਦੂਰੋਂ ਦਰਾਡਿਆਂ ਤੋਂ ਆਣ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਖੁਸ਼ੀਆਂ ਲੈ ਕੇ ਜਾਂਦੇ ਨੇ। ਉਹੀ ਸਤਿਗੁਰ ਦੀ ਪਾਵਨ ਪਵਿੱਤਰ ਗੁਰਬਾਣੀ, ਭਾਵੇਂ ਇੱਕ ਓਂਕਾਰ ਹੈ, ਭਾਵੇਂ ਸਤਨਾਮ ਸ਼ਬਦ ਹੈ ਤੇ ਗੁਰਬਾਣੀ। ਮੇਰੇ ਕੋਲ ਪੋਥੀ ਆਈ ਭਾਈ ਹਰਪ੍ਰੀਤ ਸਿੰਘ ਜੀ ਮੱਖੂ ਸਾਹਿਬ ਜੀ, ਪਹਿਲਾ ਭਾਗ 20 ਦਿਨ ਭਾਈ ਜਿਹੜੇ ਸੁਖਦੇਵ ਸਿੰਘ ਜੀ ਪੂਰਾ ਕੂਨਾ ਵਾਲੇ ਨੇ, ਇਹਨਾਂ ਨੂੰ ਸੁਖਦੇਵ ਸਿੰਘ ਜੀ ਮਿਲਿਆ ਆਣ ਕੇ, ਜਿਹੜਾ ਪੋਥੀ ਲੈ ਕੇ ਗਿਆ ਕਿ ਭਾਈ ਸਾਹਿਬ ਆ ਪੋਥੀ ਲਈ ਹੈ। ਉਸ ਪੋਥੀ ਦੇ ਵਿੱਚ ਬਹੁਤ ਗੁਰਬਾਣੀ ਦੀ ਬਾਤ ਘੱਟ, ਕੁਝ ਅੰਗ ਨਹੀਂ ਲੱਗੇ। ਉਹਨੂੰ ਤੇ ਗੁਰਬਾਣੀ ਦੀ ਸੰਥਿਆ ਸੀ, ਉਹਨੇ ਤੇ ਉਹ ਆਣ ਕੇ ਪੋਥੀ ਵਾਪਸ ਕਰਕੇ ਨੇ ਤੇ ਮੈਨੂੰ ਉਹਨੇ ਲਿਖ ਕੇ ਭੇਜਿਆ। ਸਾਰਾ ਮੇਰੇ ਕੋਲ ਡਿਟੇਲ ਹੈ। ਅਸੀਂ ਫੌਜਦਾਰੀ ਪਰਚੇ ਦੀ ਗੱਲ ਕੀਤੀ, ਕਹਿੰਦੇ ਕਾਲਿਆਂ ਕਾਗਜ਼ਾਂ 'ਚ ਲਿਖਿਆ ਜਾਣਾ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਪਰਚਾ ਹੋਇਆ ਹੈ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵਾਂ ਕਿ ਗੁਲਾਰਾ ਚੌਂਕੀ ਲੱਗੇ ਆ, ਇੱਥੇ ਇਹਨਾਂ ਨੇ ਹੀ ਅਹੁਦੇਦਾਰਾਂ ਨੇ ਸਕੱਤਰ ਸਾਹਿਬ ਪ੍ਰਧਾਨਾਂ ਵੱਲੋਂ ਕਿੰਨਿਆਂ ਮੁਲਾਜ਼ਮਾਂ ਦੇ ਉੱਤੇ FIR ਦਰਜ ਕਰਾਈਆਂ ਨੇ। ਮੈਂ ਇੱਕ ਸੇਵਾਦਾਰ ਦੀ ਬੇਨਤੀ ਕਰਾਂ ਕਿ ਜਾ ਕੇ ਤੁਸੀਂ ਗੁਲਾਰੇ ਦੇ ਵਿੱਚੋਂ FIRਆਂ ਲੈ ਆਓ। ਇਹਨਾਂ ਨੇ ਸੀਮਿੰਟ ਵਿੱਚ ਘਬੜਾ ਕੀਤਾ, ਉਹਦੇ ਤੇ ਪਰਚਾ ਦਰਜ ਕਰਵਾਇਆ। ਇੱਥੋਂ ਹੀ ਦਫ਼ਤਰੋਂ ਗਿਆ। ਜੇਕਰ ਇੱਕ ਨੇ ਜਾਲੀ ਸਰਟੀਫਿਕੇਟ ਲਾ ਕੇ ਤੇ ਆਪਣੀ ਨੌਕਰੀ ਲਈ, ਉਹਦੇ ਉੱਤੇ ਵੀ 420 ਦਾ ਪਰਚਾ ਦਰਜ ਕਰਾਇਆ। ਤੇ ਜਦੋਂ ਅਸੀਂ ਗੱਲ ਕਰਦੇ ਹਾਂ, ਕਹਿੰਦੇ ਅਸੀਂ ਹਿੰਮਤ ਰੱਖਦੇ ਹਾਂ। ਹਿੰਮਤ ਆਪਣੇ ਵਾਸਤੇ ਰੱਖਦੇ ਜੇ, ਤੇ ਜਿਹੜਾ ਛੋਟਾ ਮੁਲਾਜ਼ਮ ਆ ਉਹਦਾ ਪਰਿਵਾਰ ਵੀ ਨਹੀਂ ਵੇਖਦੇ, ਤੇ ਜਿਹੜੀ ਧਾਰਾ ਨਹੀਂ ਲੱਗਦੀ ਉਹ ਵੀ ਲਾ ਦਿੰਦੇ ਨੇ, ਉਹ ਵੀ ਲਵਾ ਦਿੰਦੇ ਨੇ। ਤੇ ਮੈਂ ਬੇਨਤੀ ਕਰਾਂ ਕਿ ਸਾਡੀ ਇੱਕੋ ਇਹ ਮੰਗ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਪਾਈ ਪੂਰਨ ਤੌਰ ਤੇ ਬੰਦ ਕੀਤੀ ਜਾਵੇ। 7-8 ਇਹੋ ਇੱਕ ਪ੍ਰਸ਼ਨ ਲਿਖ ਕੇ ਇਹਨਾਂ ਦੇ ਅੱਗੇ ਤੇ ਤੁਹਾਡੇ ਅੱਗੇ ਰੱਖ ਰਹੇ ਹਾਂ ਕਿ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ, ਭਾਵੇਂ ਕੋਈ ਪ੍ਰਾਈਵੇਟ ਪ੍ਰੈਸ ਹੈ, ਉਹ ਵੀ ਪੂਰਨ ਤੌਰ ਤੇ ਬੰਦ ਕੀਤੀ ਜਾਵੇ। ਇਹਨਾਂ ਕੋਲ ਸਮਰੱਥਾ ਹੈ ਕਰਨ ਦੀ, ਪਰ ਸਭ ਤੋਂ ਪਹਿਲਾਂ ਇਹ ਆਪਣੀ ਪ੍ਰੈਸ ਤੇ ਪਾਬੰਦੀ ਲਾਉਣ। ਤੇ ਅੱਜ ਜਿਹੜੇ ਪ੍ਰਚਾਰਕ ਪਿੰਡਾਂ ਦੇ ਵਿੱਚ, ਇੱਕ ਪ੍ਰਚਾਰਕ ਦੀ ਸਟੇਟਮੈਂਟ ਆਈ ਕਿ ਸਾਨੂੰ ਇਹਨਾਂ ਨੇ ਕਹਿਤਾ ਹਰ ਇੱਕ ਪ੍ਰਚਾਰਕ ਹਫ਼ਤੇ ਦੇ ਵਿੱਚ ਸਾਨੂੰ ਰਿਪੋਰਟ ਭੇਜਣ ਕਿ ਕਿੰਨੇ ਇੱਕ ਥਾਣੇ ਵਿੱਚ ਗੁਰੂ ਘਰ ਨੇ ਤੇ ਕਿੰਨੇ ਗੁਰੂਆਂ ਘਰਾਂ ਦੇ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਤੇ ਪ੍ਰਚਾਰਕ ਨੇ ਬਾਹਾਂ ਖੜੀਆਂ ਕਰਤੀਆਂ, ਅਸੀਂ ਇੱਕ ਹਫ਼ਤੇ 'ਚ ਨਹੀਂ ਦੇ ਸਕਦੇ। ਅੱਜ ਚੇਤਾ ਆ ਗਿਆ ਇਹਨਾਂ ਨੂੰ, ਪਤਾ ਸਾਰਾ ਹੀ ਹੈ ਇਹਨਾਂ ਨੂੰ। ਵਡਭਾਗ ਸੋਹ ਦੇ ਡੇਰੇ ਕਿੰਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੇ ਸਾਲ ਬਾਅਦ ਪ੍ਰਕਾਸ਼ ਹੁੰਦੇ ਨੇ, ਪਤਾ ਸਾਰਾ ਹੀ ਹੈ। ਜਿਹੜੇ ਪੰਜਾਬ ਦੇ ਵਿੱਚ ਡੇਰੇ ਨੇ ਜਿਹੜੇ ਲੜੀਆਂ ਆਰੰਭ ਕਰਾਉਂਦੇ ਨੇ। ਮੈਂ ਬੇਨਤੀ ਕਰਾਂ ਸਾਰੀ ਸੰਗਤ ਨੂੰ ਕਿ ਜਿਹੜੀ ਪਵਿੱਤਰ ਗੁਰਬਾਣੀ ਭਾਵੇਂ ਅਖਬਾਰਾਂ ਤੇ ਸ਼ਬਦੀ ਹੈ, ਗੁਰਬਾਣੀ ਪੈਰਾਂ 'ਚ ਰੋਲਦੀ ਹੈ, ਅਸੀਂ ਇਹ ਰੋਲ ਨਹੀਂ ਦੇਵਾਂਗੇ। ਸਾਨੂੰ ਬਚਨ ਸੁਣਾਇਆ ਕਿ ਮਹਾਰਾਜ ਰਣਜੀਤ ਸਿੰਘ ਜੀ ਨੇ, ਜਥੇਦਾਰ ਬਾਬਾ ਗਰਜਨ ਸਿੰਘ ਜੀ ਕਹਿੰਦੇ ਕਿ ਉਹਨਾਂ ਨੇ ਸੇਵਾਦਾਰ ਰੱਖੇ ਹੁੰਦੇ ਸਨ, ਪਿੰਡਾਂ ਵਿੱਚ ਭੇਜਦੇ ਸਨ। ਪੰਜਾਬੀ ਮਾਂ ਬੋਲੀ ਜਿਹੜੀ ਪੈਰਾਂ 'ਚ ਪਈ ਹੁੰਦੀ ਸੀ, ਉਹਨਾਂ ਨੂੰ ਲੈ ਕਰਕੇ ਇੱਕ ਜਗ੍ਹਾ ਦੇ ਸੰਸਕਾਰ ਕਰਕੇ ਉਹਨੂੰ ਜਲ ਦੇ ਵਗਦੇ ਪਾਣੀ 'ਚ ਖੂਹ ਵਿੱਚ ਜਲ ਪ੍ਰਵਾਹ ਕਰ ਦਿੰਦੇ ਹੁੰਦੇ ਸਨ। ਇਹ ਤੇ ਉਹ ਸਤਿਗੁਰ ਦੀ ਬਾਣੀ ਆਈ ਜਿਹੜੀ ਧੁਰੋਂ ਆਈ ਹੈ, ਜਿਹੜੀ ਜੀਵਨ ਦਿੰਦੀ ਹੈ। ਤੇ ਅਸੀਂ ਚਾਹੁੰਦੇ ਹਾਂ, ਇਹ ਸਾਡੀ ਕੋਈ ਹੋਰ ਮੰਗ ਨਹੀਂ ਹੈ ਕਿ ਤੁਸੀਂ ਇਹ ਅਹੁਦੇ ਛੱਡ ਕੇ ਤੇ ਘਰਾਂ ਨੂੰ ਚੱਲ ਜਾਓ। ਨਹੀਂ, ਅਸੀਂ ਸੰਭਾਲਣਾ ਚਾਹੁੰਦੇ ਹਾਂ। ਸੰਭਾਲੋ ਤੁਸੀਂ, ਪਰ ਜਿਹੜੇ ਦੋਸ਼ੀ ਨੇ ਉਹ ਸੰਗਤ ਦੇ ਕਟਹਿਰੇ ਦੇ ਸਾਹਮਣੇ ਲਿਆਂਦੇ ਜਾਣ।
ਤੇ ਪਾਵਨ ਪਵਿੱਤਰ ਗੁਰਬਾਣੀ ਦੀ ਜਿਹੜੀ ਛਪਾਈ ਆ ਉਹ ਅੱਜ ਤੋਂ ਬੰਦ ਕਰ ਦਿੱਤੀ ਜਾਵੇ। ਇਹ ਸਾਡੀਆਂ ਮੰਗਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੇ ਇੰਨੀ ਵੀ ਧੁੱਪ ਨਹੀਂ ਪਈ ਜਿੰਨੇ ਵੀ ਢਿੱਲੇ ਜੇ ਹੋ ਗਏ ਹੋ। ਕੱਢੋ ਆਵਾਜ਼, ਮੱਥਾ ਕਿੰਨਾ ਨਾਲ ਆ। ਵਾਹਿਗੁਰੂ ਜੀ ਕਾ ਖਾਲਸਾ, ਹੰਸ ਉਡਰ ਕੁਦਰੈ ਪਿਆ, ਲੋਕ ਵਿਡਾਰਨ ਜਾਏ। ਕਹਿਲਾ ਲੋਕ ਨਾ ਜਾਣਦਾ, ਹੰਸ ਨਾ ਕੁਦਰਾ ਖਾਏ। ਜੇ ਹੰਸ ਕਿਸੇ ਦੇ ਖੇਤ ਵਿੱਚ ਚਲਾ ਜਾਵੇ ਤੇ ਉਹ ਕਿਸਾਨ ਭੱਜ ਕੇ ਡਾਉਣ ਜਾਵੇ ਵੀ ਮੈਂ ਹੰਸ ਡਾ ਦਿਆਂ ਕਿਤੇ ਕੋਧਰਾ ਨਾ ਖਾ ਜੇ, ਸਤਿਗੁਰੂ ਕਹਿੰਦੇ ਨਹੀਂ, ਇਹਨੇ ਕੋਧਰਾ ਨਹੀਂ ਖਾਣਾ। ਇਹ ਤੇ ਤੇਰੇ ਸਗੋਂ ਬਾਗਾਂ ਦੇ ਅੰਦਰ ਤੇਰੇ ਖੇਤਾਂ ਦਾ ਮਾਣ ਵਧਾਉਣ ਲਈ ਆਇਆ ਹੈ। ਸ਼ਾਇਦ ਇਹਨਾਂ ਨੂੰ ਭੁਲੇਖਾ ਪੈ ਗਿਆ ਵੀ ਇਹਨਾਂ ਦੀਆਂ ਕੁਰਸੀਆਂ ਆਪਾਂ ਲੈਣ ਆਏ ਆ। ਬੋਲੋ ਬਈ, ਹੈ ਗਿਆ ਨਾ ਭੁਲੇਖਾ ਵੀ ਇਹਨਾਂ ਦੀਆਂ ਕੁਰਸੀਆਂ ਲੈਣ ਦੇ ਲਈ ਆਏ ਆ। ਨਹੀਂ, ਅਸੀਂ ਤੁਹਾਡੀਆਂ ਕੁਰਸੀਆਂ ਲੈਣ ਨਹੀਂ ਆਏ, ਅਸੀਂ ਤੇ ਬਾਪੂ ਦੇ 328 ਸਵਰੂਪਾਂ ਦਾ ਹਿਸਾਬ ਲੈਣ ਦੇ ਲਈ ਆਏ ਆ। ਤੇ ਭਾਈ ਸਾਨੂੰ ਹਿਸਾਬ ਦੇ ਦਿਓ। ਕਿੱਡਾ ਕੁ ਵੱਡਾ ਕੰਮ ਹੈ। ਤੁਸੀਂ ਮੈਨੂੰ ਦੱਸੋ ਵੀ ਇਹ ਗੱਲ ਦਾ ਜਵਾਬ ਇਹਨਾਂ ਨੂੰ ਦੇਣਾ ਬਣਦਾ ਹੈ ਕਿ ਨਹੀਂ ਬਣਦਾ? ਹੁਣ ਤੁਸੀਂ ਸਾਰੇ ਕੋਈ ਆਪਦਾ ਬੱਚਾ ਲਵਾਉਣ ਤੇ ਨਹੀਂ ਆਏ, ਬੋਲੋ ਬਈ, ਕਿਸੇ ਦੀ ਪ੍ਰਮੋਸ਼ਨ ਕਰਵਾਉਣ ਤੇ ਨਹੀਂ ਆਏ, ਤੇ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਘਪਲਾ ਕਰਨ ਆਏ ਹੋ, ਕੋਈ ਕਮਰਿਆਂ ਦਾ ਰੌਲਾ ਆਏ ਹੋ। ਤੁਸੀਂ ਸਾਰੇ ਕੀ ਆਏ ਹੋ? ਆਪਣੇ ਬਾਪੂ ਦੇ 328 ਸਵਰੂਪ ਜਿਹੜੇ ਕਹਿੰਦੇ ਗਾਇਬ ਹੋ ਗਏ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕਈ ਵਾਰੀ ਮੈਂ ਸ਼ਬਦ ਕਿਹੜਾ ਵਰਤਾਂ। ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂ, ਤੁਸੀਂ ਸਾਕੇ ਨਨਕਾਣੇ ਦਾ ਨਾਂ ਸੁਣਿਆ? ਬੋਲੋ ਬਈ, ਹਾਂ, ਬਿਨਾਂ ਸਪੀਕਰ ਦੇ ਆਵਾਜ਼ ਆਵੇ ਆਪਣੀ। ਸਾਕੇ ਨਨਕਾਣੇ ਦਾ ਨਾਂ ਸੁਣਿਆ? ਹੁਣ ਸਾਕਾ ਨਨਕਾਣਾ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕਾ ਵੀ 2021 ਦੇ ਵਿੱਚ ਆਪਾਂ 100 ਸਾਲਾ ਮਨਾਉਣਾ। ਤੇ ਨਰੈਣੂ ਮਹੰਤ ਨੇ ਗੋਲਕਾਂ ਦੀ ਦੁਰਵਰਤੋਂ ਕੀਤੀ ਸੀ, ਜ਼ਮੀਨਾਂ ਦੀ ਦੁਰਵਰਤੋਂ ਕੀਤੀ ਸੀ, ਪਰ ਚੇਤੇ ਰੱਖਿਆ ਤੇ ਉਹਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਖੁਰਦ-ਬੁਰਦ ਨਹੀਂ ਸੀ ਕੀਤੇ। ਬੋਲੋ ਵੀ ਸੱਚ ਹੈ ਕਿ ਨਹੀਂ ਸੱਚ? ਸਾਕਾ ਨਨਕਾਣਾ SGPC ਨੇ ਛਪਾਇਆ ਜੀ, ਤੇ ਇਹ ਕਿਤੇ ਤੁਸੀਂ ਬਾਹਰ ਜਾ ਕੇ ਲੈ ਲਿਆ ਜੇ, ਆਪਣੇ ਆਪ ਕਲੀਅਰ ਹੋ ਜਾਏਗਾ। ਇਸ ਕਰਕੇ ਛੋਟਾ ਮਾਮਲਾ ਨਹੀਂ ਹੈ। ਜੇ ਇਹਨੂੰ ਮੈਂ ਇਸ ਢੰਗ ਦੇ ਵਿੱਚ ਪੇਸ਼ ਕਰਦੇ ਆ, ਉਹ ਵੀ ਸੁਣ ਲਵੋ ਵੀ ਜਦੋਂ ਤੋਂ ਸਿੱਖੀ ਦਾ ਜਨਮ ਹੋਇਆ, ਜਦੋਂ ਤੋਂ ਸਿੱਖੀ ਦਾ ਜਨਮ ਹੋਇਆ, ਇਹ ਜਨਮ ਆਪਾਂ ਨਾਨਕਸ਼ਾਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਗਿਣਦੇ ਆ, ਬਾਈਬਰਤ ਗਿਣਦੇ ਆ। ਇੱਕ ਚੇਤੇ ਰੱਖਿਆ ਜੇ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਅੱਜ ਤੱਕ ਦੀ ਸਭ ਤੋਂ ਵੱਡੀ ਜਿਹੜੀ ਬੇਅਦਬੀ ਹੈ ਉਹ 328 ਸਵਰੂਪਾਂ ਦੀ ਬੇਅਦਬੀ ਹੈ। ਇਹ ਹਕੀਕਤ ਹੈ, ਇਹ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ। ਇਸ ਕਰਕੇ ਮੋਰਚਾ ਜੇ ਲੰਮਾ ਚੱਲਦਾ ਹੈ ਤੇ ਮੈਂ ਪ੍ਰਚਾਰਕ ਵੀਰਾਂ ਨੂੰ ਬੇਨਤੀ ਕਰਾਂਗਾ, ਸਾਡੇ ਨਾਲ ਭਾਈ ਗੁਰਜੰਟ ਸਿੰਘ ਜੀ ਰੂਪੋ ਵਾਲੀ ਸਿੱਖੀ ਲਹਿਰ ਤੋਂ ਵੀ ਨੇ, ਹੋਰ ਸਾਰੇ ਬੜੇ ਬੁਲਾਰੇ ਆਏ ਨੇ। ਮੈਂ ਕਿਹਦਾ ਨਾਮ ਲਵਾਂ, ਸਾਰੇ ਬੜੇ ਪਿਆਰੇ ਵੀਰ ਨੇ, ਜਾਣਦੇ ਨੇ। ਫਿਰ ਆਪਾਂ ਜ਼ਿੰਮੇਵਾਰੀਆਂ ਸਾਂਭਣੀਆਂ ਨੇ, ਪਿੰਡਾਂ ਦੇ ਵਿੱਚੋਂ ਸੰਗਤ ਨੂੰ ਲਿਆ ਕੇ। ਜਿਵੇਂ ਇਸ ਤੋਂ ਪਹਿਲਾਂ ਬਰਗਾੜੀ ਮੋਰਚੇ ਦੇ ਵਿੱਚ ਆਪਾਂ ਜਾਂਦੇ ਰਹੇ ਹਾਂ। ਆਪਾਂ ਤੇ ਦੇਖੋ ਜੀ ਮੋਰਚਿਆਂ ਦਾ ਸਮਰਥਨ ਹੀ ਕਰਦੇ ਆ ਨਾ, ਬਾਅਦ ਵਿੱਚ ਕੋਈ ਮੋਰਚੇ ਦਾ ਮੁੱਲ ਵੱਟ ਜੇ ਜਾਂ ਵੱਖਰਾ, ਪਰ ਮੈਂ ਇੱਥੇ ਵੀ ਕੋਈ ਐਸਾ ਸ਼ਬਦ ਨਹੀਂ ਵਰਤਦਾ। ਪਰ ਮੈਨੂੰ ਇਸ ਗੱਲ ਦਾ ਵੀ ਆਪਾਂ ਜਿਹੜਾ ਇਹ ਮੋਰਚਾ ਲੈ ਕੇ ਜਾਣਾ ਹੈ, ਇਸ ਮੋਰਚੇ ਦਾ ਆਪਾਂ ਇੱਕ ਫੈਸਲਾਕੁਨ ਜੰਗ ਹੈ ਵੀ ਸਾਨੂੰ 328 ਸਰੂਪਾਂ ਦਾ ਹਿਸਾਬ ਦੇ ਦਿਓ। ਤੇ ਦੂਜੇ ਨੰਬਰ ਦੇ ਉੱਪਰ ਜਿਨ੍ਹਾਂ ਤੇ ਫੌਜਦਾਰੀ ਮੁਕੱਦਮੇ ਸੀ, ਮੁਕੱਦਮੇ ਦਰਜ ਕਰ ਦਿਓ ਤੇ ਉਹਨਾਂ ਦੇ ਬਿਆਨ ਵੀ ਲਓ ਵੀ ਤੁਹਾਡੇ ਕੋਲੋਂ ਇਹ ਕੰਮ ਕਿੰਨੇ ਪ੍ਰੈਸ਼ਰ ਦੇ ਕੇ ਕਰਵਾਇਆ, ਤੇ ਤੁਹਾਡੇ ਆਕਾ ਵੀ ਸ਼ਾਮਲ ਹੋਣੇ ਚਾਹੀਦੇ ਨੇ। ਬੋਲੋ ਵੀ, ਕਿਤੇ ਇਹ ਨਾ ਹੋਵੇ ਵੀ 10 ਰੁਪਏ ਦੀ ਕੜਾਹ ਪ੍ਰਸ਼ਾਦ ਵਾਲੀ ਪਰਚੀ ਵਾਲਾ ਤੇ ਫੜਿਆ ਜਾਵੇ, ਜਿਹੜਾ 10 ਰੁਪਏ ਦੀ ਕੜਾਹ ਪ੍ਰਸ਼ਾਦ ਵਾਲੀ ਪਰਚੀ ਵਾਲਾ ਫੜਿਆ ਜਾਵੇ, ਤੇ ਜਿਹੜਾ 10 ਲੱਖ ਦਾ ਵਿੱਚ ਘਪਲਾ ਕਰਦੇ ਉਹ ਫੜਿਆ ਨਾ ਜਾਵੇ। ਇਸ ਕਰਕੇ ਅਸੀਂ ਕਹਿੰਦੇ ਵੀ ਛੋਟੇ ਮੁਲਾਜ਼ਮ ਫੜੋ ਜਿਨ੍ਹਾਂ ਦੇ ਨਾਮ ਲਏ ਨੇ, ਪਰ ਉਹਨਾਂ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਇਹ ਦੇਖੋ ਵੀ ਤੁਹਾਡੇ ਵੱਡੇ ਕਿਹੜੇ ਵਿੱਚ ਆਉਂਦੇ ਨੇ। ਇਸ ਕਰਕੇ ਬਈ ਇੰਜ ਨਹੀਂ, ਜਜ਼ਬਾਤੀ ਹੋ ਕੇ ਨਹੀਂ ਚੱਲਣਾ, ਵਿਵੇਕੀ ਹੋ ਕੇ ਚੱਲਣਾ ਪੈਣਾ। ਜਦੋਂ ਵਿਵੇਕ ਦੇ ਵਿੱਚੋਂ ਲਵਾਂਗੇ ਫੈਸਲੇ ਤੇ ਮੇਰੇ ਖਿਆਲ ਦੇ ਵਿੱਚ ਮਸਲੇ ਹੱਲ ਹੋ ਜਾਣਗੇ। ਆਓ ਹੁਣ ਸਾਡੇ ਨਾਲ ਬੜੇ ਸਤਿਕਾਰਯੋਗ ਵੀਰ, ਸਾਡੀ 7 ਮੈਂਬਰੀ ਕਮੇਟੀ ਦੇ ਵਿੱਚੋਂ ਸਰਦਾਰ ਤਰਲੋਚਨ ਸਿੰਘ ਜੀ ਸੋਲ, ਉਹ ਤੁਹਾਡੇ ਨਾਲ ਕੁਝ ਸ਼ਬਦਾਂ ਦੀ ਸਾਂਝ ਕਰਨਗੇ। ਆਓ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਤੁਸੀਂ ਰੱਖ ਲਓ, ਮੈਂ ਅੱਜ ਤੁਹਾਡੀ ਇਹ ਗੱਲ ਸੁਣ ਕੇ ਫਿਰ ਜਾਵਾਂਗਾ ਔਰ ਵੀਡੀਓ ਪਾਵਾਂਗਾ ਤੁਹਾਡੇ ਨਾਲ, ਕਿਉਂਕਿ ਜਿਹਦੇ ਨਾਲ ਧੱਕਾ ਹੋਇਆ ਹੁੰਦਾ ਅਗਲਾ ਆਉਂਦਾ ਹੈ। ਗੁਰੂ ਰੂਪ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਥੇ ਸਮੁੰਦਰੀ ਹਾਲ ਦੇ ਸਾਹਮਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਸਾਹਮਣੇ ਕੋਈ ਧੁੱਪ ਦੇ ਵਿੱਚ ਚਾਂ ਨੂੰ ਨਹੀਂ ਬੈਠੇ, ਇੱਕ ਦਰਦ ਲੈ ਕੇ ਉਸ ਦਰਦ ਨੂੰ, ਉਸ ਗੁਰੂ ਸਾਹਿਬ ਦੇ ਮਸਲੇ ਨੂੰ ਲੈ ਕੇ ਉਹਨਾਂ ਦੇ ਕੋਲ ਆਏ ਆ,
ਜਿਨ੍ਹਾਂ ਦੀ ਪਿਆਰਿਓ ਡਿਊਟੀ ਬਣਦੀ ਸੀ। ਜਦੋਂ ਸਿਆਣੇ ਕਹਿੰਦੇ ਆ ਵਾੜ ਖੇਤ ਨੂੰ ਖਾਣ ਲੱਗ ਪਵੇ, ਫਿਰ ਉਸ ਵਾੜ ਦਾ ਕੀ ਕਰਨਾ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰਾਖੀ ਕਰਨੀ ਸੀ, ਜਿਨ੍ਹਾਂ ਨੇ ਮਾਣ ਸਤਿਕਾਰ ਦੀ ਗੱਲ ਕਰਨੀ ਸੀ, ਜਿਨ੍ਹਾਂ ਨੇ ਆਪਾਂ ਨੂੰ ਦੱਸਣਾ ਸੀ ਕਿ ਭਾਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਕਲਗੀਧਰ ਨੇ ਗੁਰਤਾ ਗੱਦੀ ਦੇ ਕੇ ਸਿੱਖਾਂ ਦੇ ਗੁਰੂ ਥਾਪਿਆ, ਕਿ ਉਹ ਸਾਡੇ ਗੁਰੂ ਨੇ, ਉਹਨਾਂ ਦੀ ਮਾਣ ਮਰਜ਼ਾਦਾ ਕਿਵੇਂ ਰੱਖਣੀ ਆ, ਉਹਨਾਂ ਦਾ ਮਾਣ ਸਤਿਕਾਰ ਕਿਵੇਂ ਕਰਨਾ। ਉਹ ਸਾਡੀ ਜਿਹੜੀ ਸ਼ਹੀਦਾਂ ਦੀ ਬਣੀ ਹੋਈ ਸੰਸਥਾ ਵਾ, ਉਹਨਾਂ ਨੇ ਸਾਨੂੰ ਦੱਸਣਾ ਸੀ। ਪਰ ਅਫਸੋਸ ਇਹ ਗੱਲ ਦਾ ਕਿ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਪਾਈ ਕੀਤੀ ਜਾਵੇ ਤੇ ਮਹਾਰਾਜ ਦੇ ਪਾਵਨ ਸਰੂਪਾਂ ਦੀ ਦੇਖ ਰੇਖ ਦੇ ਵਿੱਚ ਐਡੀਆਂ ਵੱਡੀਆਂ ਕੁਤਾਹੀਆਂ ਵਰਤੀਆਂ ਜਾਣ, ਐਡੀ ਸ਼ਰਮਨਾਕ ਗੱਲ ਹੋਵੇ ਕਿ ਸਾਨੂੰ ਪਤਾ ਨਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਕਿੱਥੇ ਨੇ, ਕੌਣ ਲੈ ਗਿਆ। ਇਹ ਸਾਡੇ ਵਾਸਤੇ ਬੜਾ ਵੱਡਾ, ਸਮੁੱਚੇ ਸਿੱਖ ਜਗਤ ਵਾਸਤੇ ਬੜਾ ਵੱਡਾ ਸਵਾਲ ਆ। ਗੱਲ ਛੋਟੀ ਨਹੀਂ। ਉਸ ਤੋਂ ਵੀ ਵੱਡੀ ਗੱਲ, ਗੁਰੂ ਕੇ ਪਿਆਰ ਵਾਲਿਓ, ਸੰਗਤ ਆ ਰਹੀ ਹੈ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਤਿਕਾਰਯੋਗ ਵੀਰ ਪਿੱਛੇ ਸੀ ਜਿਉਂ ਆਇਆ ਆਖਦੇ ਆ ਸਾਰਿਆਂ ਨੂੰ, ਤੇ ਮੇਰੇ ਵੀਰ ਬਹੁਤ ਬਹੁਤ ਤੁਹਾਡਾ ਧੰਨਵਾਦ। ਜਥਾ ਕਾਫਲਾ ਵੱਡਾ ਹੁੰਦਾ ਜਾਂਦਾ ਜੀ, ਹੈ ਬਹੁਤ ਵੱਡਾ ਕਾਫਲਾ, ਤੇ ਇਸ ਕਰਕੇ ਆਓ ਆਪਾਂ ਸਰਦਾਰ ਤਰਲੋਚਨ ਸਿੰਘ ਜੀ ਦੇ ਬਚਨਾਂ ਵਾਲੇ ਪਾਸੇ ਪੂਰਾ ਧਿਆਨ ਦਈਏ। ਜਦੋਂ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ, ਅਫਸੋਸ ਦੀ ਗੱਲ ਇਹ ਕਿ ਅਸੀਂ ਤੁਸੀਂ ਨਹੀਂ ਪੁੱਛਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਦੇ ਸੇਵਾਦਾਰ ਜਿਹੜੇ ਸਿੰਘ ਸੇਵਾ ਕਰਦੇ ਸੀ, ਉਹਨਾਂ ਨੂੰ ਕੁਝ ਖੁਤਾਈਆਂ ਦਾ ਪਤਾ ਸੀ। ਮੌਕੇ ਮੌਕੇ ਤੇ ਆਵਾਜ਼ ਉਠਾਉਂਦੇ ਰਹੇ, ਪਰ ਆਵਾਜ਼ ਕਿਸੇ ਨੇ ਸੁਣੀ ਨਹੀਂ। ਉਸ ਤੋਂ ਬਾਅਦ ਸਮਾਂ ਆਪ ਜੀ ਦੇ ਸਾਰਿਆਂ ਦੇ ਸਾਹਮਣੇ ਆਇਆ ਕਿ 267 ਸਰੂਪ ਪਾਵਨ ਸਰੂਪ ਸਤਿਗੁਰਾਂ ਦੇ ਜਿਹੜਾ ਕਿ ਲਾਪਤਾ ਨੇ ਪਤਾ ਨਹੀਂ ਲੱਗ ਰਿਹਾ। ਉਸ ਤੋਂ ਬਾਅਦ ਮਾੜਾ ਪਿੱਛੇ ਹੋ ਜਾਣਾ ਭਾਈ, ਤੁਸੀਂ ਪਿੱਛੇ ਹੋ ਕੇ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਵਾਜ਼ ਆਉਂਦੀ ਆ ਕਿ 267 ਸਰੂਪਾਂ ਤੋਂ ਵੱਧ ਕੇ 328 ਹੋ ਜਾਣੇ, ਜਾਂ ਬਾਹਰ ਇੰਗਲੈਂਡ ਦੇ ਵਿੱਚ 450 ਪਾਵਨ ਸਰੂਪ ਭੇਜਣੇ। ਇਹ ਸਾਰੇ ਹਾਲਾਤ। ਉਸ ਤੋਂ ਬਾਅਦ ਇੱਕ ਸਾਡੀ ਜ਼ਿੰਮੇਵਾਰ ਸੰਸਥਾ ਵੱਲੋਂ ਫੈਸਲਾ ਕੀਤਾ ਜਾਣਾ ਕਿ ਜਿਹੜੇ ਇਸ ਉਕਤਾਈ ਦੇ ਵਿੱਚ ਜਿਹੜੇ ਦੋਸ਼ੀ ਨੇ, ਉਹਨਾਂ ਤੇ ਫੌਜਦਾਰੀ ਮੁਕੱਦਮੇ ਦਰਜ ਹੋਣਗੇ। ਇਹ ਵੀ ਸਾਡੀ ਸੰਸਥਾ ਦੇ ਜ਼ਿੰਮੇਵਾਰਾਂ ਨੇ ਕੀਤਾ। ਪਰ ਦੁੱਖ ਦੀ ਗੱਲ, ਜਿਨ੍ਹਾਂ ਦੇ ਨਾਮ ਦਿੱਤੇ ਸੀ ਇਹਨਾਂ ਨੇ, ਹੋ ਸਕਦਾ ਇਹਨਾਂ ਨੂੰ ਉਹਨਾਂ ਨੇ ਕੁਝ ਕਿਹਾ ਹੋਵੇ ਕਿ ਭਾਈ ਜੇ ਤੁਸੀਂ ਸਾਡੇ ਨਾਂ ਲੈਂਦੇ ਆ ਤੇ ਜਿਹੜੇ ਸਾਡੇ ਕੋਲ ਕਰਾਉਣ ਵਾਲੇ ਅਸੀਂ ਉਹਨਾਂ ਦੇ ਨਾਂ ਲਵਾਂਗੇ। ਇਹਨਾਂ ਨੇ ਇਸ ਚੀਜ਼ ਨੂੰ ਵਿਚਾਰ ਕੇ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਸਜ਼ਾਵਾਂ ਦੇਣ ਦਾ ਮਨ ਬਣਾ ਲਿਆ, ਫੈਸਲਾ ਕਰ ਲਿਆ। ਆਜੋ ਯਾਰ ਸਰ। ਅੱਜ ਸਿੱਖ ਕੌਮ, ਗੁਰਮੁਖ ਪਿਆਰੇ, ਗੁਰੂ ਸਾਹਿਬ ਦੇ ਮਾਣ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਆਪਾਂ ਇੱਥੇ ਅੱਜ ਇਹਨਾਂ ਨੂੰ ਪੁੱਛਣ ਵਾਸਤੇ ਆਏ ਆ। ਸਾਨੂੰ ਹੁਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੱਸਿਆ ਜਾਵੇ, ਸੰਗਤ ਨੂੰ ਸਾਡੀ ਤਸੱਲੀ ਕਰਾਈ ਜਾਵੇ। ਇਹਨਾਂ ਸੰਗਤਾਂ ਦੀ, ਗੁਰਮੁਖ ਪਿਆਰਿਆਂ ਦੀ, ਇਹ ਕਿਰਤੀ ਸਿੰਘ ਨੇ ਸਾਰੇ, ਇਹ ਆਪਣੀ ਕਿਰਤ ਦੇ ਵਿੱਚੋਂ ਸਮਾਂ ਕੱਢ ਕੇ ਆਏ ਨੇ। ਇਹ ਸਿੰਘੋ ਗੁਰਮੁਖ ਪਿਆਰਿਓ, ਮਹਿਸੂਸ ਕਰਿਓ ਕੋਈ ਵੱਡੀ ਸੰਪਰਦਾ ਨਹੀਂ ਆਈ, ਕਿਉਂਕਿ ਇਹ ਮਹਿਸੂਸ ਕਰਿਓ ਕਿ ਗੁਰੂ ਸਾਹਿਬ ਤੁਹਾਡੇ ਕੱਲਿਆਂ ਦੇ ਨੇ। ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਵੱਡੇ ਵੱਡੇ ਥਾਵਾਂ ਤੇ ਗੁਰੂ ਸਾਹਿਬ ਦੀ ਕਾਰ ਭੇਟਾ ਲੈ ਕੇ ਵੱਡੀਆਂ ਵੱਡੀਆਂ ਗੱਡੀਆਂ ਚਲਾਉਣ ਵਾਲੇ
ਜਾਂ ਇਹ ਜਿਹੜੇ ਮੇਰੇ ਵੀਰ ਦਫ਼ਤਰਾਂ 'ਚ ਬੈਠੇ ਆ ਪਾਇਲਟ ਗੱਡੀਆਂ ਗਾੜੀ ਲਾ ਕੇ ਗੁਰੂ ਦੇ ਜਿਹੜਾ ਧਾਣੇ ਆ ਜਿਹਦੇ ਤੇ ਆਪ ਐਸ ਪ੍ਰਸਤੀਆਂ ਕਰਕੇ ਏਸੀ ਵਾਲੀਆਂ ਕਮਰਿਆਂ ਦੇ ਵਿੱਚ ਬੈਠ ਕੇ ਉਹ ਗੁਰੂ ਦੀ ਗੱਲ ਨਹੀਂ ਕਰ ਰਹੇ। ਗੁਰੂ ਸਾਹਿਬ ਨੂੰ ਇੱਥੋਂ ਤੱਕ ਕਰ ਦਿੱਤਾ ਗਿਆ ਹੈ, ਮਹਿਸੂਸ ਕਰਕੇ ਵੇਖਿਓ ਗੁਰੂ ਸਾਹਿਬਾਂ ਦੇ ਪਾਵਨ ਸਰੂਪ ਬਹੁ ਗਿਣਤੀ 'ਚ ਛਾਪ ਕੇ ਜਿਵੇਂ ਕਿ ਪਤਾ ਹੀ ਨਹੀਂ ਵੀ ਕੌਣ ਕਿੱਥੇ ਲੈ ਗਿਆ, ਇੰਨੀ ਵਾਧੂ ਗੱਲ ਕਰ ਦਿੱਤੀ। ਇੱਕ ਬੜੀ ਸ਼ਰਮਨਾਕ ਗੱਲ ਆ, ਕਿਉਂਕਿ ਕੋਈ ਵੀ ਚੀਜ਼ ਜਿਹੜੀ ਹੱਦ ਤੋਂ ਵੱਧ ਜਾਂ ਅਸੀਂ ਉਹਦੇ ਤੇ ਕੋਈ ਕੰਟਰੋਲ, ਕੋਈ ਤਰੀਕਾ, ਕੋਈ ਉਹਦੇ ਤੇ ਅਸੀਂ ਵਿਚਾਰ ਨਹੀਂ ਕਰਦੇ ਤੇ ਇਹ ਅਕਸਰ ਮੁੱਦੇ ਸਾਹਮਣੇ ਆਉਂਦੇ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੋਥੀਆਂ ਦੇ ਗੁਰਕੇ ਸਾਹਿਬ ਤੁਸੀਂ ਪਿਆਰਿਓ ਵੇਖ ਸਕਦੇ ਜੇ ਭਾਜੀ ਮੋਬਾਈਲ ਨੰਬਰ ਦੁਕਾਨਾਂ ਭਰੀਆਂ ਪਈਆਂ ਵਾ, ਟਰੱਕਾਂ ਦੇ ਟਰੱਕ ਗੁਰਬਾਣੀ ਦੇ ਕਈਆਂ ਥਾਵਾਂ ਤੇ ਗੁਰੂ ਸਾਹਿਬ ਦੇ ਗੁਰਕਾ ਸਾਹਿਬ ਭਾਜੀ ਨਾਲੀਆਂ 'ਚ ਗਲੀਆਂ ਦੇ ਵਿੱਚ ਖਿਲਾਰੇ ਗਏ। ਨਾ ਕਰੋ ਬਾਬਾ ਜੀ ਮੈਂ ਲੱਗਾ ਜੀ ਪਿੱਛੇ ਜਾਓ। ਇਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਇਹਦੀ ਸੰਸਥਾ ਦੀ ਬਣਦੀ ਆ। ਅੱਜ ਆਪਾਂ ਇਹਨਾਂ ਨੂੰ ਉਸ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਸਤੇ ਇੱਥੇ ਆਏ ਆ ਕਿ ਅਸੀਂ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਸੰਸਥਾ ਦੀ। ਤੁਸੀਂ ਸਾਨੂੰ ਦੱਸ ਦਿਓ, ਤੁਸੀਂ ਹੁਣ ਹੀ ਸਾਨੂੰ ਦੱਸ ਦਿਓ ਕਿ ਉਹ ਪਾਵਨ ਸਰੂਪ ਕਿੱਥੇ ਨੇ, ਉਹ ਕਿਹਨਾਂ ਨੂੰ ਦਿੱਤੇ ਗਏ ਨੇ। ਜਿਨ੍ਹਾਂ ਨੇ ਕਤਾਈ ਕੀਤੀ ਆ ਉਹਨਾਂ ਦੇ ਮੁਕੱਦਮਾ ਦਰਜ ਕਰ ਦਿਓਗੇ ਤੇ ਆਉਣ ਵਾਲੇ ਸਮੇਂ 'ਚ ਸਾਡਾ ਵਿਸ਼ਵਾਸ ਉੱਠ ਚੁੱਕਾ ਵਾ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਪਾਵਨ ਦੀਆਂ ਛਪਾਈ ਕਰਨ ਵਾਲੀਆਂ ਪ੍ਰਿਸਾਂ ਵਾ, ਉਹ ਜਿੰਨਾ ਚਿਰ ਸੰਗਤ ਬੁੱਧੀਜੀਵੀ ਲੋਕ ਉਹ ਫੈਸਲਾ ਨਹੀਂ ਕਰ ਲੈਂਦੇ, ਉਹਨਾਂ ਦੀ ਤਸੱਲੀ ਨਹੀਂ ਹੁੰਦੀ, ਉਹਨਾਂ ਚਿਰ ਇਹ ਬੰਦ ਕੀਤੀਆਂ ਜਾਣ। ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਿਛਲੇ ਸਮੇਂ ਸਿੰਘ ਸਾਹਿਬ ਰਣਜੀਤ ਸਿੰਘ ਜੀ ਦੇ ਸਮੇਂ ਤੇ ਇੱਕ ਹੁਕਮਨਾਮਾ ਜਾਰੀ ਹੁੰਦਾ ਕਿ ਜਿਹੜੀਆਂ ਪ੍ਰਿਸਾਂ ਨੇ ਬਾਹਰ ਪੋਥੀਆਂ ਗੁਰਕੇ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਛਾਪਦੀਆਂ ਬੰਦ ਕੀਤੀਆਂ ਜਾਣ। ਜੇ ਤੇ ਇਸ ਸੰਸਥਾ ਨੇ ਉਹਨਾਂ ਨੂੰ ਬੰਦ ਕਰਾਇਆ, ਅੱਜ ਕੀ ਹੋ ਰਿਹਾ? ਗੁਰਕੇ ਸਾਹਿਬ ਦੇ ਪੋਥੀਆਂ ਤੇ ਮਸ਼ਹੂਰੀਆਂ ਕੀਤੀਆਂ ਜਾ ਰਹੀਆਂ, ਆਪਣੀ ਮਰਜ਼ੀ ਨਾਲ ਛਾਪੇ ਜਾ ਰਹੇ ਆ। ਕੋਈ ਗੁਰੂ ਗ੍ਰੰਥ ਸਾਹਿਬ ਦੀ ਗੱਲ ਉਠਾਉਣ ਵਾਲਾ ਕੋਈ ਨਹੀਂ। ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ ਉਹ ਇੱਥੋਂ ਭੱਜ ਚੁੱਕੇ ਆ। ਉਹਨਾਂ ਨੇ ਬਾਹਰ ਤੇ ਕੀ ਜ਼ਿੰਮੇਵਾਰੀ ਨਿਭਾਉਣੀ ਆ, ਹੋਰ ਤੇ ਪ੍ਰੈਸ ਵਾਲੇ ਨੂੰ ਕਿਸੇ ਨੂੰ ਕੀ ਕਹਿਣਾ। ਉਹਨਾਂ ਦੀ ਖੁਦ ਹੀ ਆਪਣੀ ਪ੍ਰੈਸ ਜਿਹੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਪਾਈ ਕਰਦੀ ਆ ਜਾਂ ਪੋਥੀਆਂ ਦੇ ਗੁਰਕੇ ਸਾਹਿਬ ਦੀ ਛਪਾਈ ਕਰਦੀ ਆ, ਉਹ ਵੀ ਡਾਵਾਂ ਡੋਲ ਆ। ਇਹਨਾਂ ਨੂੰ ਪਤਾ ਨਹੀਂ, ਇਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਕਿ ਸਾਡਾ ਕਿੰਨਾ ਪੈਸਾ ਕਿੱਥੋਂ ਆਉਂਦਾ, ਸਾਡੀ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਕਿਹੜੀ ਆ, ਦੂਜੇ ਡੇਰੇ ਵਾਲੇ ਨੇ ਜਿਹੜਾ ਉਹ ਅਸੀਂ ਛਡਾਉਣੀ ਕਿਵੇਂ ਆ, ਉਹਨਾਂ ਸਾਰੀਆਂ ਗੱਲਾਂ ਦੇ ਪਤਾ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਣ ਸਤਿਕਾਰ ਵਾਸਤੇ, ਪਾਵਨ ਸਰੂਪਾਂ ਵਾਸਤੇ ਇਹਨਾਂ ਨੂੰ ਕੋਈ ਪਤਾ ਨਹੀਂ। ਉਹ ਇਹਨਾਂ ਕੋਲ ਜਵਾਬ ਲੈਣ ਵਾਸਤੇ ਆਪਾਂ ਇੱਥੇ ਆਏ ਆ। ਇੰਨੀਆਂ ਕੁ ਬੇਨਤੀਆਂ ਕਰਦਾ ਖਿਮਾ ਦਾ ਜੱਜਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਇੱਕ ਬੇਨਤੀ ਆ ਕਿ ਆਪਾਂ ਸਾਰੇ ਸੰਗਤੀ ਨੂੰ ਇਕੱਠੇ ਹੋਏ ਆ, ਪਰ ਫਿਰ ਵੀ ਪੰਜਾਬ ਦੇ ਵਿੱਚੋਂ ਜਿੱਥੋਂ ਜਿੱਥੋਂ ਵੀ ਸੰਗਤਾਂ ਆਈਆਂ ਵਾ, ਜਿਹੜੀ ਸੰਗਤਾਂ ਆਈਆਂ ਨੇ, ਆਪਣਾ ਨਾਮ ਤੇ ਆਪਣਾ ਨੰਬਰ ਲਿਖਾ ਸਕਦਾ ਵਾ ਕੋਈ। ਦੁਬਾਰਾ ਫੇਰ ਬੇਨਤੀ ਕਰਦਾ ਵਾ, ਜਿਹੜੇ ਜਿਹੜੇ ਨਗਰਾਂ ਤੋਂ ਸੰਗਤਾਂ ਆਈਆਂ ਨੇ ਜਥਿਆਂ ਸਮੇਤ, ਆਪਣੇ ਜਥੇ ਦਾ ਨਾਮ ਤੇ ਆਪਣਾ ਨੰਬਰ ਆਣ ਕੇ ਇੱਥੇ ਮੈਨੂੰ ਮੇਰਾ ਵੀਰ ਲਿਖਾ ਸਕਦਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘੋ ਕਹਿਮੋ ਆਵਾਜ਼ ਕੱਢੋ ਮਾੜੀ ਜਿਹੀ। ਵਾਹਿਗੁਰੂ ਜੀ ਕਾ ਖਾਲਸਾ, ਬੇਨਤੀ ਮੈਂ ਕਰਨ ਲੱਗਾ, ਬੜੇ ਧਿਆਨ ਦੇ ਨਾਲ ਸੁਣਿਆ ਜੀ। ਅੰਦਰੋਂ ਸੁਨੇਹਾ ਆ ਰਹੇ ਨੇ ਕਿ ਸਾਡੇ ਨਾਲ 5 ਮੈਂਬਰੀ, 7 ਮੈਂਬਰੀ ਜਾਂ 11 ਮੈਂਬਰੀ ਕੋਈ ਆਓ, ਸਾਨੂੰ ਆਪਣੀਆਂ ਮੰਗਾਂ ਦੱਸੋ, ਅਸੀਂ ਉਹਦਾ ਹੱਲ ਕਰਦੇ ਆ। ਤੇ ਬਿਲਕੁਲ ਉਹ ਜਿਹੜੇ 7 ਮੈਂਬਰੀ ਕਮੇਟੀ ਆਪਾਂ ਬਣਾਈ ਹੈ, ਇਹ ਹੀ ਆਗੂ ਗੱਲ ਕਰਨਗੇ
ਤੇ ਇਹਨਾਂ ਆਗੂਆਂ ਦੇ ਵਿੱਚੋਂ ਜਿਹੜੇ ਇਹ ਆਪਣੇ ਨਾਲ ਇੱਕ ਦੋ ਸਣੇ ਲਿਜਾ ਸਕਦੇ ਆ, ਇਕਾਗਰਤਾ ਪੂਰੀ ਦੀ ਆਵਾਜ਼ ਨਾ ਆਵੇ, ਆਵਾਜ਼ ਨਾ ਆਵੇ, ਗੁਰਮੁਖੋ ਆਵਾਜ਼ ਨਾ ਆਵੇ, ਜਜ਼ਬਾਤੀ ਹੋ ਕੇ ਮਸਲੇ ਨਹੀਂ ਹੱਲ ਹੁੰਦੇ, ਵਿਵੇਕੀ ਹੋ ਕੇ ਹੁੰਦੇ ਨੇ। ਬੜੇ ਧਿਆਨ ਦੇ ਨਾਲ ਬੇਨਤੀ ਅਗਲੀ ਸੁਣਿਆ ਜੇ। ਸ਼ਬਦ ਇਹ ਬਾਰ-ਬਾਰ ਵਰਤੇ ਜਾ ਰਹੇ ਨੇ, ਲਾਪਤਾ, ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕੀ ਜੀ ਲਾਪਤਾ। ਉਹ ਆਪਣੇ ਵਾਸਤੇ ਲਾਪਤਾ ਨੇ, ਇਹਨਾਂ ਨੂੰ ਤੇ ਪਤਾ ਨੇ ਨਾ, ਇਹਨਾਂ ਨੂੰ ਤਾਂ ਪਤਾ ਨਹੀਂ ਕਿੱਥੇ ਨੇ, ਇਹਨਾਂ ਵਾਸਤੇ ਥੋੜਾ ਲਾਪਤਾ ਨੇ, ਲਾਪਤਾ ਨੇ ਤੁਹਾਡੇ ਵਾਸਤੇ। ਹੁਣ ਏਡੀ ਵੱਡੀ ਮੈਨੇਜਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਛੋਟੀ ਨਹੀਂ ਹੈ। ਮੈਂ ਦੇਖੋ ਆਪ ਕਹਿ ਰਿਹਾ, ਮੈਂ 3 ਸਾਲ ਵਿੱਚ ਰਿਹਾ, ਮੈਨੂੰ ਪਤਾ ਹੈ ਇੱਕ ਪ੍ਰੋਸੀਜਰ ਚੱਲਦਾ ਹੈ, ਕਿਸ ਤਰੀਕੇ ਨਾਲ ਚੱਲਦਾ ਹੈ, ਤੇ ਏਡੀ ਵੱਡੀ ਸੰਸਥਾ ਦੇ ਕੋਲੋਂ ਏਡੀ ਵੱਡੀ ਕਤਾਈ ਹੋ ਜਾਣੀ, ਇਸ ਕਰਕੇ ਬਈ ਪੁੱਛਣਾ ਤੇ ਸਾਡਾ ਫਿਰ ਫਰਜ਼ ਹੈ ਨਾ। ਲਾਪਤਾ ਤੁਹਾਡੇ ਲਈ ਨੇ, ਇਹਨਾਂ ਵਾਸਤੇ ਉਹ ਲਾਪਤਾ ਨਹੀਂ, ਇਹਨਾਂ ਨੂੰ ਪਤਾ ਨੇ, ਤੇ ਜੇ ਪਤਾ ਨੇ ਤੇ ਭਾਈ ਸਾਨੂੰ ਦੱਸ ਦਿਓ। ਹੁਣ ਇਹ ਕਹਿ ਰਹੇ ਨੇ ਵੀ ਅਗਲੇ ਮੁਲਾਜ਼ਮਾਂ ਨੂੰ ਉਹਨਾਂ ਦੇ ਕੋਲੋਂ ਤੁਸੀਂ ਪੁੱਛਦੇ ਹੋ, ਸਾਨੂੰ ਤੇ ਮਸਲਾ ਹੱਲ ਕਰਕੇ ਦੱਸੋ ਨਾ। ਸੋ ਆਓ, ਹੋਰ ਬੜੀਆਂ ਸ਼ਖਸੀਅਤਾਂ ਨੇ ਤੇ ਜਿਨ੍ਹਾਂ ਦੇ ਵਿੱਚੋਂ ਮੈਂ ਇੱਕ ਜ਼ਿਕਰ ਕਰਾਂਗਾ, ਸਾਡੇ ਭਾਈ ਲਖਬੀਰ ਸਿੰਘ ਜੀ ਮਹਾਲਮ। ਇਹ ਵੀ ਦਿਨ ਰਾਤ ਇੱਕ ਕਰਦੇ ਨੇ, ਜਿੱਥੇ ਮਾਨ ਮਰਿਆਦਾ ਦੀ ਗੱਲ ਹੁੰਦੀ ਹੈ, ਨਾ ਰਾਤ ਦੀ ਪਰਵਾਹ ਨਾ ਦਿਨ ਦੀ ਪਰਵਾਹ। ਜੀ, ਔਰ ਲਖਬੀਰ ਸਿੰਘ ਮਹਾਲਮ ਜੀ ਨੂੰ ਸਮਾਂ ਬਾਅਦ ਵਿੱਚ ਦਿੰਨੇ ਆ ਜੀ। ਤੇ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ, ਭਾਈ ਗੁਰਜੰਟ ਸਿੰਘ ਜੀ ਰੂਪੋਵਾਲੀ ਸਿੱਖੀ ਲਹਿਰ ਦੇ ਵਿੱਚੋਂ ਇਹ ਤੁਹਾਡੇ ਨਾਲ ਵਿਚਾਰਕ ਸਾਂਝਾ ਰੱਖਦੇ ਨੇ। ਤੇ ਬੇਨਤੀ ਇਹ ਆ ਵੀ ਅੱਜ ਆਪਾਂ ਸਿੱਖੋ, ਸੁਣ ਲਓ ਇੱਕ ਵਾਰੀ, ਅੱਜ ਆਪਾਂ ਧੜਿਆਂ ਦੀ ਲੜਾਈ ਨਹੀਂ ਲੜ ਰਹੇ। ਕੋਈ ਕਿਸੇ ਸੰਸਥਾ ਦੇ ਵਿੱਚੋਂ ਹੈ, ਮੁਬਾਰਕ ਬਈ, ਬੋਲੋ ਬਈ, ਕਿਸੇ ਪ੍ਰਕਾਰ ਹੈ, ਗੁਰੂ ਨਾਨਕ ਦੇ ਘਰ ਹੈ। ਕੋਈ ਕਿਸੇ ਸੰਸਥਾ ਚੋਂ ਹੈ, ਕਿਸੇ ਸੰਪਰਦਾ ਦੇ ਵਿੱਚੋਂ ਹੈ, ਕਿਸੇ ਧੜੇ ਵਿੱਚੋਂ ਹੈ, ਕਿਸੇ ਜਥੇਬੰਦੀ ਵਿੱਚੋਂ ਹੈ, ਕਿਸੇ ਕਾਲਜ ਵਿੱਚੋਂ ਹੈ, ਕਿਸੇ ਵਿਦਿਆਲਿਆ ਵਿੱਚੋਂ ਹੈ। ਭਾਈ ਉਹ ਜਿਵੇਂ ਕਿਸੇ ਨੇ ਕਿਹਾ ਸੀ ਨਾ ਵੀ ਗੁਰੂ ਨਾਨਕ ਦੇ ਵਿਹੜੇ ਦੇ ਵਿੱਚ ਸਾਰਾ ਕੁਝ ਹੈ। ਸੋ ਅੱਜ ਆਪਾਂ ਗੁਰੂ ਨਾਨਕ ਦੇ ਵਿਹੜੇ ਦੇ ਵਿੱਚ ਇਕੱਠੇ ਹੋਏ ਆ। ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਦ ਲੈ ਕੇ ਆਇਆ ਹੈ, ਉਹ ਸਾਡਾ ਆਪਣਾ ਹੈ, ਸਾਡੇ ਨਾਲ ਹੈ। ਤੇ ਮੇਰੇ ਪਿਆਰੇ ਵੀਰ ਬੜੇ ਇਕੱਤਰ ਹੋ ਰਹੇ ਨੇ, ਸਾਰਿਆਂ ਦਾ ਧੰਨਵਾਦੀ ਆ। ਆਓ ਹੁਣ ਭਾਈ ਗੁਰਜੰਟ ਸਿੰਘ ਜੀ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਢਿੱਲੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ। ਵੀਰ ਹਰਪ੍ਰੀਤ ਸਿੰਘ ਨੇ ਜਿਵੇਂ ਪਹਿਲਾਂ ਦੱਸਿਆ ਕਿਹਾ ਆ ਕਿ ਅੱਜ ਸਾਰਿਆਂ ਦਾ ਸਾਂਝਾ ਜਿਹੜਾ ਸਾਡਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ, ਉਹਦੇ ਵਾਸਤੇ ਆਪਾਂ ਇਕੱਤਰ ਹੋਏ ਆ। ਜਥੇਬੰਦੀ ਕੋਈ ਵੀ ਹੋ ਸਕਦੀ ਆ, ਜਾਂ ਇਕੱਲੇ ਤੌਰ ਤੇ ਵੀ ਕੋਈ ਪੰਥ ਦਰਦੀ ਹੋ ਸਕਦਾ। ਤੇ ਮੈਂ ਇੱਕੋ ਉਦਾਹਰਨ ਤੁਹਾਡੇ ਸਾਹਮਣੇ ਇਤਿਹਾਸ ਦੀ ਰੱਖਦਾ ਕਿ ਜਦੋਂ ਸਾਡੇ ਸਾਹਮਣੇ ਮਿਸਲਾਂ ਸਨ, ਤਾਂ ਇੱਕ ਐਸਾ ਦੁਸ਼ਟ ਸੀ ਜਿਸ ਨੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਉਹ ਸੀ ਲਖਪਤ ਰਾਏ। ਉਸ ਦੁਸ਼ਟ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਖੂਹਾਂ ਦੇ ਵਿੱਚ ਸੁਟਾਏ, ਉਹਨਾਂ ਦੇ ਅੱਗਾਂ ਲਾਈਆਂ। ਜੇ ਕੋਈ ਪੋਥੀ ਜਾਂ ਕੋਈ ਗੁਟਕਾ ਨਜ਼ਰ ਆਉਂਦਾ ਸੀ, ਉਹਨੂੰ ਸਾੜ ਦਿੱਤਾ ਜਾਂਦਾ ਸੀ। ਸਭ ਤੋਂ ਪਹਿਲਾਂ ਉਸ ਦੁਸ਼ਟ ਨੇ ਇਹ ਕਾਰਾ ਕੀਤਾ ਸੀ। ਤੇ ਫਿਰ ਉਹ ਪਹਿਲਾ ਘੱਲੂਘਾਰਾ ਵਰਤਾਉਣ ਵਾਲਾ ਜਿਹੜਾ ਕਾਨੂੰਆਨ ਛੋਟਾ ਘੱਲੂਘਾਰਾ ਜਿਸ ਨੂੰ ਕਿਹਾ ਜਾਂਦਾ, ਤੇ ਅਲੱਗ-ਅਲੱਗ ਜਿਹੜੀਆਂ ਮਿਸਲਾਂ, ਜਥੇਬੰਦੀਆਂ, ਸਾਰਾ ਹੀ ਖਾਲਸਾ ਪੰਥ ਉੱਥੇ ਇਕੱਤਰ ਸੀ ਤੇ ਸਾਰੇ ਇੱਕੋ ਹੀ ਦੁਸ਼ਮਣ ਦੇ ਸਾਹਮਣੇ ਖਲੋਤੇ ਸਨ ਤੇ ਇੱਕੋ ਹੀ ਉਹਨਾਂ ਦਾ ਨਿਸ਼ਾਨਾ ਸੀ। ਬੇਸ਼ੱਕ ਉਸ ਘੱਲੂਘਾਰੇ ਦੇ ਵਿੱਚ 10 ਤੋਂ 15 ਹਜ਼ਾਰ ਜਿਹੜੇ ਸਿੱਖ ਆ, ਉਹਨਾਂ ਨੇ ਸ਼ਹਾਦਤ ਦੇ ਜਾਮ ਪੀਤੇ। ਪਰ ਤੁਹਾਨੂੰ ਯਾਦ ਰੱਖਣਾ ਚਾਹੀਦਾ ਕਿ ਜਿਸ ਦੁਸ਼ਟ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਇਸ ਤਰ੍ਹਾਂ ਬੇਅਦਬੀ ਕੀਤੀ, ਜਿਹੜਾ ਇਹ ਗੱਲ ਕਹਿੰਦਾ ਸੀ ਕਿ ਕੋਈ ਵੀ ਗੁੜ ਨਾ ਕਵੇ, ਭੇਲੀ ਕਵੇ, ਕਿਉਂਕਿ ਗੁਰੂ ਚੇਤਾ ਆਉਂਦਾ ਗੁੜ ਕਹਿਣ ਦੇ ਨਾਲ, ਜਿਹਨੇ ਇਹ ਪਾਬੰਦੀਆਂ ਲਾਈਆਂ ਸੀ। ਤੇ ਅਖੀਰ ਤੇ ਫਿਰ ਜਿਹੜੀ ਉਹਨੂੰ ਸਜ਼ਾ ਦਿੱਤੀ, ਖਾਲਸਾ ਪੰਥ ਨੇ ਕੁੰਭੀ ਨਰਕ ਉਸ ਨੂੰ ਦਿੱਤਾ ਗਿਆ ਸੀ। ਟੋਆ ਪੁੱਟ ਕੇ ਉੱਤੇ ਮਿੱਟੀ ਪਾ ਦਿੱਤੀ ਗਈ ਤੇ ਇੱਕ ਛੇਕ ਰੱਖਿਆ ਗਿਆ ਤੇ ਹਰ ਰੋਜ਼ ਉਹਦੇ ਉੱਤੇ ਸਿਰ ਤੇ ਗੰਦਗੀ ਪੈਂਦੀ ਸੀ। ਇਸ ਤਰ੍ਹਾਂ ਕੀੜੇ ਪੈ ਕੇ ਤੇ ਉਹ ਬੰਦਾ ਮਰਿਆ ਸੀ। ਤੇ ਅੱਜ ਜਿਸ ਵਾਸਤੇ ਆਪਾਂ ਇਕੱਠੇ ਹੋਏ ਆ, ਇਹ ਲੋਕ ਜਿਨ੍ਹਾਂ ਨੂੰ ਅਸੀਂ ਸਿੱਖ ਸਮਝਦੇ ਆ, ਜਿਨ੍ਹਾਂ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ, ਇਹ ਲਖਪਤ ਰਾਏ ਤੋਂ ਵੀ ਅਗਾਂਹ ਗਿਰ ਚੁੱਕੇ ਨੇ। ਆਪਾਂ ਇੱਥੇ ਗੱਲ ਕਰ ਰਹੇ ਆ, ਸਵਾਲ ਉਠਾ ਰਹੇ ਆ ਕਿ ਸਾਨੂੰ ਇਨਸਾਫ ਚਾਹੀਦਾ ਜੀ। ਉਹ 328 ਸਰੂਪ ਕਿਹਨਾਂ ਨੂੰ ਦਿੱਤੇ ਗਏ, ਕਿੱਥੇ ਦਿੱਤੇ ਗਏ? ਤੇ ਮੈਂ ਇਹ ਸਮਝਦਾ ਕਿ ਇਹਨਾਂ ਲੋਕਾਂ ਦੀ ਸੋਚ ਇੱਥੋਂ ਤੱਕ ਗਿਰ ਚੁੱਕੀ ਆ ਕਿ ਇਹ ਵੀ ਹੋ ਸਕਦਾ ਕਿ ਕੱਲ ਤੱਕ ਸਾਨੂੰ ਹਿਸਾਬ ਦੇ ਦੇਣ, ਕਿਉਂਕਿ ਇਹਨਾਂ ਦੇ ਕੋਲ ਜਿੰਨੇ ਮੁਲਾਜ਼ਮ ਨੇ, ਜਿੰਨੇ ਸੇਵਾਦਾਰ ਨੇ,
ਉਹਨਾਂ ਨੂੰ ਨੌਕਰੀਆਂ ਦਾ ਡਰਾਵਾ ਦੇ ਕੇ ਜਿਵੇਂ ਪਹਿਲਾਂ ਕੀਤਾ ਗਿਆ ਤੇ ਉਹਨਾਂ ਦੇ ਨਾਂ ਵੀ ਸਾਹਮਣੇ ਰੱਖ ਦੇਣ ਕਿ ਫਲਾਣੇ ਘਰ ਵਿੱਚ ਸਰੂਪ ਗਿਆ, ਫਲਾਣੇ ਡੇਰੇ ਦੇ ਵਿੱਚ ਗਿਆ, ਉਹ ਵੀ ਹਿਸਾਬ ਦਿੱਤਾ ਜਾ ਸਕਦਾ। ਚਾਹੀਦਾ ਤਾਂ ਇਹ ਆ ਕਿ ਕਿਹਨਾਂ ਨੇ ਦਵਾਏ ਉਹ ਸਰੂਪ, ਕਿੱਥੇ ਚਲੇ ਗਏ, ਕਿਵੇਂ ਚਲੇ ਗਏ, ਇਹ ਤਾਂ ਅਜੇ ਆਪਣੇ ਮੂੰਹ ਇਹਨਾਂ ਨੇ ਗੱਲ ਕਹੀ ਆ। ਧੰਨਵਾਦ ਹੈ ਭਾਈ ਹਰਪ੍ਰੀਤ ਸਿੰਘ ਹੋਣਾ ਦਾ, ਜਥੇਦਾਰ ਦਾ, ਜਿਨ੍ਹਾਂ ਨੇ ਇਹ ਜਿਹੜਾ ਕੰਮ ਕੀਤਾ ਕਿ 328 ਸਰੂਪਾਂ ਤੱਕ ਤਾਂ ਗੱਲ ਲੈ ਆਂਦੀ। ਪਰ ਉਹਨਾਂ ਨੇ ਆਪ ਹੀ ਇੱਕ ਇੰਟਰਵਿਊ ਦੇ ਵਿੱਚ ਗੱਲ ਕਹੀ ਆ ਕਿ ਜੇ ਇਸ ਦਾ ਹਿਸਾਬ ਨਾ ਦਿੱਤਾ ਗਿਆ ਤਾਂ ਮੈਂ ਇਹ ਸਾਰਾ ਕੁਝ ਛੱਡ ਦੇਵਾਂਗਾ। ਤੇ ਉਹਨਾਂ ਦੇ ਸਾਹਮਣੇ ਵੀ ਇਹ ਚੁਣੌਤੀ ਆ, ਸਵਾਲ ਆ ਕਿ ਜੇ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਦੇ ਸਾਹਮਣੇ ਸਾਰੀ ਰਿਪੋਰਟ ਆ, ਤੇ ਫਿਰ ਹੁਣ ਉਹਨਾਂ ਦਾ ਅਗਲਾ ਫਰਜ਼ ਵੀ ਬਣਦਾ ਕਿ ਉਹ ਦੱਸੇ ਜਾਣ ਕਿ ਕਿਹੜੇ ਕਿਹੜੇ ਬੰਦੇ ਨੇ। ਦੂਸਰੀ ਗੱਲ, ਸਰਦਾਰ ਰੂਪ ਸਿੰਘ ਮੁੱਖ ਸਕੱਤਰ, ਉਹਨਾਂ ਨੇ ਕਿਹਾ ਕਿ ਨੈਤਿਕਤਾ ਦੇ ਆਧਾਰ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ। ਪਤਾ ਉਹਨਾਂ ਨੂੰ ਸਾਰਾ ਕੁਝ ਹੀ ਆ ਤੇ ਉਹਨਾਂ ਨੂੰ ਵੀ ਗੁਰੂ ਦਾ ਵਾਸਤਾ ਕਿ ਉਹ ਵੀ ਸੱਚੇ ਸਿੱਖ ਵਾਂਗ ਸਾਹਮਣੇ ਆਣ ਕੇ ਜਿਹੜਾ ਸੱਚ ਝੂਠ ਆ ਉਹ ਸੰਗਤ ਦੇ ਸਾਹਮਣੇ ਰੱਖ ਦੇਵੇ। ਤੇ ਅੱਜ ਦਾ ਜਿਹੜਾ ਇਕੱਠ ਆ, ਜਿੰਨੀਆਂ ਵੀ ਜਥੇਬੰਦੀਆਂ, ਜਿੰਨੇ ਵੀ ਪੰਥ ਦਰਦੀ ਵੀਰ ਆਏ ਆ, ਸਭਨਾਂ ਨੂੰ ਜੀ ਆਇਆਂ ਤੇ ਧੰਨਵਾਦ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਵਾਰੀ ਨਾ ਕਹਿਣਾ ਪਿਆ ਕਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਬੁਲਾਰੇ ਦੀ ਡਿਊਟੀ ਹੁੰਦੀ ਵੀ ਸ਼ਾਮ ਤੱਕ ਸੰਗਤ ਦਾ ਜੋਸ਼ ਵੀ ਨਹੀਂ ਮੱਠਾ ਪੈਣ ਦੇਣਾ, ਤੇ ਮੈਂ ਤੁਹਾਨੂੰ ਹਿਸਟਰੀ ਵੀ ਨਾਲ ਨਾਲ ਸੁਣਾਉਂਦਾ ਜਾਵਾਂਗਾ, ਜਾਣਕਾਰੀਆਂ ਦਿੰਦਾ ਜਾਵਾਂਗਾ, ਜਿਹੜੀਆਂ ਕੁਰੀਤੀਆਂ ਹੋਈਆਂ ਨੇ ਵੱਡੀਆਂ ਸੰਸਥਾਵਾਂ ਵੱਲੋਂ ਉਹ ਵੀ ਸਾਰੀਆਂ ਨਸ਼ਰ ਕਰਦਾ ਜਾਵਾਂਗਾ। ਬੜੀ ਖੁਸ਼ੀ ਹੋਈ ਵੀ ਗੁਰੂ ਨਾਨਕ ਦੀ ਬਗੀਚੀ ਦੇ ਸਾਰੇ ਫੁੱਲ ਬੜੇ ਖਿੜੇ ਨੇ। ਉਹ ਕਿਸੇ ਨੇ ਪੁੱਛਿਆ ਸੀ ਗੁਰੂ ਨਾਨਕ ਦਾ ਘਰ ਕਿਹੜਾ, ਕਹਿੰਦੇ ਜਿਹਦਾ ਖੁੱਲਾ ਵਿਹੜਾ। ਬੋਲੋ ਵੀ ਸੱਚ ਹੈ ਨਾ? ਗੁਰੂ ਨਾਨਕ ਦਾ ਘਰ ਕਿਹੜਾ, ਜਿਹਦਾ ਖੁੱਲਾ ਵਿਹੜਾ। ਇਹ ਬੜਾ ਵਿਹੜਾ ਖੁੱਲਾ ਹੈ, ਇਹਦੇ ਵਿੱਚ ਸਾਰੇ ਹੀ ਆ ਜਾਂਦੇ ਨੇ। ਗੁਰੂ ਨਾਨਕ ਆਪਣੇ ਕਲਾਵੇ ਦੇ ਵਿੱਚ ਲੈ ਲੈਂਦੇ ਨੇ। ਧੰਨਵਾਦੀਆਂ ਸਾਰੀਆਂ ਜਥੇਬੰਦੀਆਂ ਦਾ, ਸਭਨਾਂ ਦਾ। ਸਾਡੇ ਕੋਲੇ ਬੁਲਾਰੇ ਬੜੇ ਨੇ, ਸ਼ਖਸੀਅਤਾਂ ਬੜੀਆਂ ਨੇ, ਪਰ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ, ਜੇ ਕੋਈ ਸਾਨੂੰ, ਇੱਕ ਵਾਰੀ ਫਿਰ ਸੁਣ ਲਓ, ਜੇ ਕੋਈ ਸਾਨੂੰ ਤੁਹਾਨੂੰ ਕਿਤੇ ਕਮਜ਼ੋਰ ਸਮਝੇ, ਨਿਮਰਤਾ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ। ਮੈਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਸਾਡੇ ਪੁਰਾਣੇ ਮੁਲਾਜ਼ਮ ਨੇ, ਮੈਂ ਵੱਡਿਆਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ, ਜਿਹੜੇ ਸਾਰਿਆਂ ਤੋਂ ਉੱਤੇ ਨੇ, ਸਾਡੀ ਨਿਮਰਤਾ ਨੂੰ ਕਮਜ਼ੋਰੀ ਨਾ ਕੋਈ ਸਮਝ ਲਵੇ। ਬੋਲੋ ਵੀ ਨਿਮਰਤਾ ਨੂੰ ਕਮਜ਼ੋਰੀ ਨਾ ਸਮਝ ਲਵੇ। ਜੇ ਕਿਸੇ ਨੂੰ ਭੁਲੇਖਾ ਹੋਵੇ ਤੇ ਬੜੇ ਆਰਾਮ ਨਾਲ ਕੱਢ ਸਕਦੇ ਨੇ। ਬੁੰਗਾ ਰਾਮਗੜੀਆ ਦੇ ਵਿੱਚ ਤੁਹਾਨੂੰ ਸਭਨਾਂ ਨੂੰ ਪਤਾ ਹੈ ਵੀ ਦਿੱਲੀ ਦਾ ਤਖਤ ਪਿਆ ਹੋਇਆ, ਉਹ ਪੱਥਰ ਪਿਆ ਹੋਇਆ। ਕਈਆਂ ਦੇ ਮਨ ਤੇ ਖਿਆਲ ਆਵੇਗਾ ਵੀ ਕਿਹੜਾ ਪੱਥਰ ਹੈ। ਮੈਂ ਥੋੜੇ ਸ਼ਬਦਾਂ ਵਿੱਚ ਬੇਨਤੀ ਕਰਦੇ ਹਾਂ, ਕਿਉਂਕਿ ਅਸੀਂ ਹੁਣ ਪਿੰਡਾਂ ਦੇ ਵਿੱਚੋਂ ਸੰਗਤਾਂ ਲੈ ਲੈ ਕੇ ਵੀ ਆਇਆ ਕਰਨਾ ਹੈ, ਫਿਰ ਤੁਹਾਨੂੰ ਦੱਸਣਾ ਹੈ। ਦਿੱਲੀ ਦੇ ਤਖਤ ਨਾਲ ਸਾਡਾ ਰੇੜਕਾ ਪਿਆ ਸੀ ਤੇ ਸਿੱਖਾਂ ਨੇ ਕਿਹਾ ਸੀ ਵੀ ਇੰਜ ਕਰੋ, ਆਪਾਂ ਤਖਤ ਨੂੰ ਘੜੀਸ ਕੇ ਲੈ ਆਵਾਂਗੇ। ਆਖਰਕਾਰ ਸਮਾਂ ਆਣ ਵੱਜਾ, ਤਖਤ ਘੜੀਸਿਆ ਗਿਆ, ਚੁੱਕ ਕੇ ਨਹੀਂ ਲੈ ਕੇ ਆਏ, ਘੋੜੀਆਂ ਮਗਰ ਪਾ ਕੇ ਘੜੀਸ ਕੇ ਲੈ ਕੇ ਆਏ। ਜਿੱਥੇ ਬਾਂਹ ਡਿੱਗਦੀ ਹੈ ਡਿੱਗੇ, ਜਿੱਥੇ ਉਹਦੀ ਲੱਤ ਡਿੱਗਦੀ ਹੈ ਡਿੱਗੇ। ਜਦੋਂ ਇੱਥੇ ਤੱਕ ਆਇਆ ਤੇ ਸਿਰਫ ਇੱਕ ਪੱਥਰ ਦੀ ਲੰਬੀ ਸਿਲਾ ਤੱਕ ਰਹਿ ਗਈ ਸੀ। ਤੇ ਜਦੋਂ ਅੰਦਰ ਲੱਗੇ ਨਾ ਲਿਆਉਣ ਤੇ ਸਿੰਘਾਂ ਦੀ ਆਵਾਜ਼ ਆਈ, ਮੈਂ ਕਹਿੰਦਾ ਐਡੀ ਚੜ੍ਹਦੀ ਕਲਾ ਵਾਲੇ ਸੀ। ਸਿੰਘਾਂ ਦੀ ਅੰਦਰੋਂ ਆਵਾਜ਼ ਆਈ, ਕਹਿਣ ਲੱਗੇ ਖਾਲਸਾ ਜੀ ਪ੍ਰਕਰਮਾਂ ਤੋਂ ਅੰਦਰ ਨਹੀਂ ਲੈ ਕੇ ਆਉਣਾ। ਉਹ ਕਹਿੰਦੇ ਕਿਉਂ? ਕਹਿੰਦੇ ਕਿਉਂਕਿ ਅੰਦਰ ਅਕਾਲ ਦਾ ਤਖਤ ਹੈ ਤੇ ਅਕਾਲ ਦੇ ਤਖਤ ਦੇ ਸਾਹਮਣੇ ਦਿੱਲੀ ਦੇ ਤਖਤ ਦੀ ਕੋਈ ਔਕਾਤ ਨਹੀਂ। ਵੇਲੇ ਦੀ ਗੱਲ ਹੈ, ਮੁਗਲ ਕਾਲ ਵੇਲੇ ਦੀ ਗੱਲ ਹੈ। ਤੇ ਅੱਜ ਵੀ ਤਖਤ ਪਿਆ ਹੋਇਆ ਸਾਨੂੰ ਇਸ ਗੱਲ ਦੀ ਗਵਾਹੀ ਦਿੰਦਾ ਵੀ ਅਸੀਂ ਤਖਤਾਂ ਵਾਲੇ ਹਾਂ। ਭੁਲੇਖਾ ਨਾ ਸਾਡੇ ਮਨ ਦੇ ਵਿੱਚ ਕੋਈ ਰੱਖੇ, ਤੁਸੀਂ ਵੀ ਸਾਰੇ, ਪਰ ਉਦੋਂ ਤਖਤਾਂ ਵਾਲੇ ਜਾਵੇ ਨਿਹਾਲ ਹੋ ਜਾਵੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਦੋਂ ਅਸੀਂ ਗੁਰੂ ਦੇ ਹਾਂ, ਗੁਰੂ ਦੇ ਸਿਧਾਂਤ ਤੇ ਖਰੇ ਹਾਂ। ਸਿੱਖ ਧਰਮ ਆਦਰਸ਼ਵਾਦੀ ਹੈ, ਸਿੱਖ ਧਰਮ ਸਿਧਾਂਤਵਾਦੀ ਹੈ। ਆਓ, ਹੋਰ ਬੜੇ ਆਪਣੇ ਕੋਲ ਬੁਲਾਰੇ ਨੇ, ਮੈਂ ਜ਼ਿਆਦਾ ਸਮਾਂ ਨਾ ਲਵਾਂ ਤੇ ਮੈਂ ਚਾਹਾਂਗਾ ਵੀ ਬਾਕੀ ਸਾਰੇ ਬੁਲਾਰੇ, ਸਾਡੇ ਬੜੇ ਪਿਆਰੇ ਵੀਰ ਭਾਈ ਲਹਿਣਾ ਸਿੰਘ ਜੀ ਉਹ ਵੀ ਆਏ ਨੇ, ਭਾਈ ਬਰਜਿੰਦਰ ਸਿੰਘ ਜੀ ਪਰਵਾਨਾ ਜੀ ਆਏ ਨੇ, ਬੜੀਆਂ ਸ਼ਖਸੀਅਤਾਂ ਨੇ, ਭਾਈ ਹਰਪਾਲ ਸਿੰਘ ਜੀ ਮਖੂ ਜੀ ਆਏ ਨੇ। ਸਭਨਾਂ ਦਾ ਧੰਨਵਾਦ ਕਰਦਾ ਵਾਂ। ਤੇ ਅਗਲਾ ਕਿਹੜਾ ਬੁਲਾਰਾ ਆਏਗਾ ਜੀ? ਭਾਈ ਲਹਿਣਾ ਸਿੰਘ ਜੀ ਤੁਹਾਡੇ ਨਾਲ ਕੁਝ ਵਿਚਾਰਾਂ ਦੀ ਸਾਂਝ ਰੱਖਣਗੇ। ਆਓ ਸ਼ਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,